जेता समुंद सागर नीर भरिया तेते अवगुण हमारे। दया करो किछ मेहर पावो डुबदे पत्थर तारे। सतनाम श्री वाहिगुरु जी। हंसा देख तरंदियां बगा आया चाओ। डुब मुए भग बपुड़े सिर तल ऊपर पाओ। डुब मुए भग बपुड़े सिर तल ऊपर पाओ। मैं जानिया वडहंस है तामे किया संग। जे जाना भग बपुड़ा ता जन्म ना देंदी अंग। मैं जानिया वडहंस है तामे कीता संग। जे जाना भग बपुड़ा ता जन्म ना पेड़ी अंग। क्या हंस क्या बगुला जाको नदर करे। जे तिस भावै नानका कागो हंस करे। जे तिस भावै नानका कागो हंस करे। जुगो जुग अटल चवर छतर तख दे मालिक हाजरा हजूर ਜ਼ਾਰਾ ਜ਼ਹੂਰ ਸ਼ਬਦ ਗੁਰੂ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਾਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੇ ਸਤਸੰਗੀ ਜਨੋ ਬੜਿਆਂ ਭਾਗਾਂ ਵਾਲੇ ਹੋ। ਗੁਰਦੇਵ ਦੀ ਅਪਾਰ ਕਿਰਪਾ ਸਦਕਾ ਇੱਕ ਵਾਰੀ ਫਿਰ ਪਾਵਨ ਚਰਨਾਂ ਦੇ ਵਿੱਚ ਸੁਰਤ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਏ। ਅੰਮ੍ਰਿਤ ਵੇਲੇ ਦੇ ਪਾਵਨ ਦਰਬਾਰ ਅੰਦਰ ਆਪ ਜੀਆਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਲੜੀਵਾਰ ਵਿਚਾਰ ਦੇ ਵਿੱਚੋਂ ਬਾਬਾ ਫਰੀਦ ਸਾਹਿਬ ਜੀ ਦੇ 122 ਨੰਬਰ ਤੋਂ ਲੈ ਕੇ 124 ਨੰਬਰ ਤੱਕ ਇਸ ਸ਼ਲੋਕਾਂ ਦੀ ਵਿਚਾਰ ਹੈ। ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਬੜੇ ਅਦਬ ਪਿਆਰ ਨਾਲ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਪਾਵਨ ਸ਼ਲੋਕਾਂ ਦੇ ਅੰਦਰ ਜਿੱਥੇ 118 ਸ਼ਲੋਕ 18 ਸ਼ਲੋਕ ਗੁਰੂ ਸਾਹਿਬ ਦੇ ਨੇ ਔਰ 112 ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦੇ ਨੇ। 130 ਸ਼ਲੋਕਾਂ ਦਾ ਟੋਟਲ ਬਣਦਾ ਹੈ। 18 ਸ਼ਲੋਕ ਗੁਰੂ ਸਾਹਿਬਾਨ ਦੇ ਔਰ 112 ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦੇ ਨੇ। ਅੱਜ ਦੇ ਇਹ ਦੋ ਪਹਿਲੇ ਸ਼ਲੋਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਨੇ, ਜਿਨ੍ਹਾਂ ਅੰਦਰ ਉਹਨਾਂ ਨੇ ਕਿਹਾ ਕਿ ਹੰਸਾਂ ਦੇਖ ਤਰੰਦਿਆਂ ਬੱਗਾ ਭੇ ਆਇਆ ਚਾਓ। ਔਰ ਦੂਸਰਾ ਸ਼ਲੋਕ ਮੈਂ ਜਾਣਿਆ ਵਡਹੰਸ ਹੈ ਤਾਵੇਂ ਕੀਆ ਸੰਗ। ਇਹ ਦੋਵੇਂ ਸ਼ਲੋਕ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਨੇ। ਔਰ ਤੀਸਰਾ ਸ਼ਲੋਕ ਜੋ ਅੱਜ ਅਸੀਂ ਵਿਚਾਰਨਾ ਹੈ ਕਿ ਕਿਆ ਹੰਸ ਕਿਆ ਬਗੁਲਾ ਜਾਂ ਕੋ ਨਦਰ ਕਰੇ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਅਮਰਦਾਸ ਮਹਾਰਾਜ ਨੇ ਰਹਿਮਤ ਕੀਤੀ ਹੈ। ਪਾਤਸ਼ਾਹ ਆਖਦੇ ਨੇ ਕਿ ਹੰਸਾਂ ਦੇਖ ਤਰੰਦਿਆਂ। ਸੰਸਾਰ ਦੀ ਇੱਕ ਐਗਜ਼ਾਮਪਲ ਲਈ ਹੈ ਗੁਰੂ ਪਾਤਸ਼ਾਹ ਨੇ ਹੰਸ ਦੀ ਔਰ ਬਗਲੇ ਦੀ। ਸਤਿਗੁਰ ਆਖਦੇ ਨੇ ਕਿ ਹੰਸਾਂ ਨੂੰ ਤਰਦਿਆਂ ਹੋਇਆਂ ਨੂੰ ਦੇਖ ਕੇ ਬੱਗਾ ਆਇਆ ਚਾਓ। ਬੱਗਾ ਤੋਂ ਭਾਵ ਬਗਲੇ ਨੂੰ ਵੀ ਚਾਓ ਆਇਆ। ਤੇ ਬਗਲਾ ਜਿਹੜਾ ਹੈ ਉਹ ਹੰਸਾਂ ਨੂੰ ਦੇਖਦਿਆਂ ਹੋਇਆਂ ਤਰਦਿਆਂ ਹੋਇਆਂ ਦੇਖ ਕੇ ਉਹ ਵੀ ਤਰਨਾ ਚਾਹੁੰਦਾ ਹੈ। ਪਰ ਹਕੀਕਤ ਇਹ ਹੈ ਕਿ ਹੰਸ ਜਿਹੜਾ ਹੈ ਉਹ ਸਰੋਵਰ ਦੇ ਵਿੱਚ ਬਹੁਤ ਗਹਿਰਾਈ ਤੱਕ ਚਲਾ ਜਾਂਦਾ ਹੈ ਔਰ ਬਗਲਾ ਉੱਥੇ ਤੱਕ ਚੱਲ ਪਾਉਂਦਾ ਹੈ ਜਿੱਥੇ ਤੱਕ ਉਹਦੇ ਜ਼ਮੀਨ ਦੇ ਉੱਪਰ ਪੈਰ ਟਿਕਣ, ਕਿਉਂਕਿ ਬਗਲਾ ਪਾਣੀ ਦੇ ਵਿੱਚ ਨਹੀਂ ਤਰ ਸਕਦਾ। ਤੇ ਜੇ ਉਹ ਜਾਣ ਦਾ ਯਤਨ ਕਰੇ ਪਾਣੀ ਦੇ ਸਰੋਵਰ ਦੇ ਅੰਦਰ ਜਾਣ ਦਾ,
ਤੇ ਬਗਲਾ ਫਿਰ ਪੁੱਠਾ ਪੈ ਜਾਂਦਾ ਹੈ, ਡੁੱਬ ਜਾਂਦਾ ਹੈ ਔਰ ਡੁੱਬ ਕੇ ਆਪਣੇ ਜੀਵਨ ਉਹਦਾ ਖਤਮ ਹੋ ਜਾਂਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਆਖਣ ਲੱਗੇ ਕਿ ਹੰਸਾਂ ਦੇਖ ਤਰੰਦਿਆਂ। ਹੁਣ ਇੱਥੇ ਕਿਹੜੇ ਹੰਸਾਂ ਦੀ ਔਰ ਕਿਹੜੇ ਬਗਲੇ ਦੀ ਗੱਲ ਕੀਤੀ ਹੈ ਗੁਰੂ ਪਾਤਸ਼ਾਹ ਨੇ? ਸਤਿਗੁਰ ਆਖਦੇ ਨੇ ਕਿ ਜੋ ਗੁਰਮੁਖ ਜਨ ਨੇ, ਪਰਮਾਤਮਾ ਦੇ ਨਾਮ ਦੇ ਨਾਲ ਰੰਗੇ ਹੋਏ ਸੰਤ ਜਨ ਨੇ, ਉਹ ਹੰਸ ਰੂਪ ਨੇ। ਤੇ ਬੱਗਾ ਵੀ ਆਇਆ ਚਾਓ, ਬਗ ਬਿਰਤੀ ਦੇ ਉਹ ਮਨੁੱਖ ਜੋ ਰੱਬ ਦੇ ਨਾਮ ਤੋਂ ਟੁੱਟੇ ਹੋਏ ਨੇ, ਪਰ ਉਹ ਰੀਸਾਂ ਕਰਦੇ ਨੇ ਉਹਨਾਂ ਹੰਸਾਂ ਦੀਆਂ। ਹੰਸ ਰੂਪੀ ਜੀਵਾਂ ਦੀਆਂ ਰੀਸਾਂ ਕਰਕੇ ਉਸ ਰਾਹ ਦੇ ਉੱਪਰ ਤੁਰਨਾ ਚਾਹੁੰਦੇ ਨੇ, ਪਰ ਬਿਰਤੀ ਜਿਹੜੀ ਹੈ ਉਹ ਤੇ ਬਗਲੇ ਵਰਗੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਮਹਾਰਾਜ ਆਖਦੇ ਨੇ ਕਿ ਹੰਸਾਂ ਦੇਖ ਤਰੰਦਿਆਂ। ਹੰਸ ਬਿਰਤੀ ਵਾਲੇ ਜੋ ਮਨੁੱਖ ਨੇ, ਜੋ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਨੇ, ਸਤਸੰਗਤ ਕਰਦੇ ਨੇ, ਮਾਲਕ ਦਾ ਨਾਮ ਜਪਦੇ ਨੇ, ਜੇ ਉਹਨਾਂ ਦੀ ਕੋਈ ਬਗਲਾ ਬਿਰਤੀ ਵਾਲਾ ਰੀਸ ਕਰੇ ਤੇ ਗੁਰਦੇਵ ਆਖਦੇ ਨੇ ਕਿ ਉਹਨਾਂ ਦੀ ਰੀਸ ਬੇਅਰਥ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਹੈ। ਸਤਿਗੁਰੂ ਮਹਾਰਾਜ ਆਖਦੇ ਨੇ ਕਿ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗੱਲਾਂ ਦੇ ਨਾਲ ਅਸੀਂ ਲੋਕਾਂ ਨੂੰ, ਆਪਣੇ ਆਪ ਨੂੰ ਚੰਗਾ ਕਰਕੇ ਜ਼ਾਹਿਰ ਕਰਦੇ ਹਾਂ, ਪਰ ਆਚਾਰ ਸਾਡਾ ਜੀਵਨ ਕਿਸ ਤਰ੍ਹਾਂ ਦਾ ਹੈ, ਉਹ ਬੁਰੀਆਂ ਹੈ। ਮਨੋ ਕਸੁੱਧਾ ਕਾਲੀਆਂ, ਬਾਹਰ ਚਟੀਆਂ ਰੀਸਾਂ ਕਰੈ ਤਿਨਾੜੀਆਂ। ਜੋ ਸੇਵੈ ਦਰ ਖੜੀਆਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ, ਜੋ ਮਾਲਕ ਦੇ ਦਰ ਦੇ ਉੱਪਰ ਖੜੀਆਂ ਨੇ, ਭਾਵ ਕਿ ਜੋ ਰੱਬ ਦੇ ਹੁਕਮ ਦੇ ਵਿੱਚ, ਪ੍ਰਭੂ ਦੇ ਰਜਾ ਦੇ ਚੱਲਣ ਵਾਲੀਆਂ ਨੇ, ਉਹਨਾਂ ਹੰਸ ਰੂਪੀ ਜੀਵਾਂ ਦੀਆਂ ਅਸੀਂ ਰੀਸਾਂ ਕਰਦੀਆਂ ਹਾਂ। ਪਰ ਬਿਰਤੀ ਜਿਹੜੀ ਹੈ ਅੰਦਰ ਦੀ, ਉਹ ਬਗਲੇ ਵਰਗੀ ਹੈ। ਬਗਲਾ ਜਿਹੜਾ ਹੈ ਅੰਦਰ ਕਪਟ ਲੈ ਕੇ ਮੱਛੀਆਂ ਔਰ ਤਾਰਾਂ ਦੀ ਤਾਰ ਦੇ ਵਿੱਚ ਬੈਠਾ ਰਹਿੰਦਾ ਹੈ। ਪਰ ਸਦਾ ਬੜਾ ਪਿਆਰਾ ਬਚਨ ਹੈ। ਗੁਰਦੇਵ ਆਖਦੇ ਕਿ ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਵੇ। ਹੰਸ ਹੀਰੇ ਮੋਤੀ ਚੁਗਦੇ ਨੇ, ਤੇ ਹੰਸ ਤੋਂ ਭਾਵ ਹੈ ਗੁਰਮੁਖ ਜਨ, ਜੋ ਮਾਲਕ ਦੇ ਨਾਮ ਰੂਪੀ ਰਤਨਾਂ ਨੂੰ ਚੁਗਣ ਵਾਲੇ, ਨਾਮ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਨ ਵਾਲੇ, ਉਹ ਹੰਸ ਰੂਪ ਨੇ। ਤੇ ਬਗ ਡੱਡਾ ਭਾਲਣ ਜਾਵੇ, ਬਗਲਾ ਜੇ ਚਲਾ ਵੀ ਜਾਏ ਤੇ ਉਹ ਡੱਡੂਆਂ ਮੱਛੀਆਂ ਦੀ ਤਾਰ ਦੇ ਵਿੱਚ ਬੈਠਾ ਰਹਿੰਦਾ। ਇਸੇ ਤਰ੍ਹਾਂ ਉਸ ਜੀਵ ਦੀ ਹਾਲਤ ਹੈ। ਗੁਰਦੇਵ ਪਾਤਸ਼ਾਹ ਨੇ ਅੱਜ ਹੰਸ ਬਿਰਤੀ ਦੀ ਔਰ ਬਗਲੇ ਬਿਰਤੀ ਦੀ ਗੱਲ ਕੀਤੀ। ਪਾਤਸ਼ਾਹ ਨੇ ਰੱਬੀ ਬਾਣੀ ਦੇ ਵਿੱਚ ਮੇਰੇ ਮਾਲਕ ਦਾ ਬੜਾ ਪਿਆਰਾ ਬਚਨ ਹੈ। ਆਖਦੇ ਨੇ ਕਿ ਸਰਵਰ ਹੰਸ ਧੁਰੇ ਹੀ ਮੇਲਾ। ਸਰਵਰ ਦਾ ਔਰ ਹੰਸ ਦਾ ਧੁਰ ਦਰਗਾਹ ਤੋਂ ਹੀ ਮੇਲ ਹੈ। ਖਸਮੈ ਇਹਵੈ ਭਾਣਾ, ਖਸਮ ਨੂੰ ਇਸੇ ਤਰ੍ਹਾਂ ਚੰਗਾ ਲੱਗਦਾ ਹੈ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਇਹਵੈ ਭਾਣਾ। ਸਰਵਰ ਅੰਦਰ ਹੀਰੇ ਮੋਤੀ, ਸੋ ਹੰਸਾਂ ਕਾ ਖਾਣਾ। ਹੰਸ ਹੀਰੇ ਮੋਤੀ ਚੁੱਕਦੇ ਨੇ। ਤੇ ਨਾਲ ਹੀ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਬਗਲਾ ਸਰਵਰ ਨਾ ਰਹੀ, ਜੇ ਹੋਵੇ ਅੱਧ ਸਿਆਣਾ। ਜੇ ਕੋਈ ਬਗਲਾ ਸਰਵਰ ਪਰ ਚਲਾ ਵੀ ਜਾਏ ਤੇ ਪਾਤਸ਼ਾਹ ਆਖਦੇ ਨੇ ਕਿ ਉੱਥੇ ਟਿਕ ਨਹੀਂ ਸਕਦਾ। ਜੇ ਆਪਣੇ ਆਪ ਨੂੰ ਉਹ ਬੜਾ ਸਿਆਣਾ ਉਹ ਸਮਝੇ, ਕਿਉਂਕਿ ਇਸਨੇ ਹੋਰ ਹੀ ਖਾਣਾ ਹੈ। ਇਸੇ ਤਰ੍ਹਾਂ ਸਤਸੰਗ ਦੇ ਵਿੱਚ ਨਾਮ ਜਪਣ ਵਾਲੇ, ਪਰਮਾਤਮਾ ਦੀ ਭਗਤੀ ਕਰਨ ਵਾਲੇ ਆ ਕੇ ਮਾਲਕ ਦਾ ਨਾਮ ਜਪਦੇ ਨੇ। ਜੇ ਕੋਈ ਰੀਸ ਕਰਕੇ ਆ ਵੀ ਜਾਏ ਤੇ ਉਹ ਸਤਸੰਗਤ ਵਿੱਚ ਨਹੀਂ ਬੈਠ ਕੇ ਬਾਹਰ ਖੜਾ ਹੋ ਕੇ ਦੁਨਿਆਵੀ ਗੱਲਾਂ ਕਰਦਾ ਰਹਿੰਦਾ ਹੈ, ਕਿਉਂਕਿ ਸਤਸੰਗਤ ਦੇ ਵਿੱਚ ਆ ਕੇ ਜੋ ਨਾਮ ਰੂਪੀ ਹੀਰੇ ਮੋਤੀ ਚੁਗਣੇ ਸਨ, ਉਸ ਨੂੰ ਨਹੀਂ ਚੁਗ ਸਕਦਾ। ਬਾਹਰ ਖੜਾ ਹੋ ਕੇ ਉਹ 10 ਗੱਲਾਂ ਕਰ ਲੇਗਾ, ਹੋਰ ਬੜੀਆਂ ਗੱਲਾਂ ਕਰ ਲੇਗਾ, ਪਰ ਸਤਸੰਗਤ ਦੇ ਵਿੱਚ ਜੋ ਨਾਮ ਰੂਪੀ ਮੋਤੀ ਜਿਹੜੇ ਨੇ ਖਿਰਰੇ ਹੋਏ ਨੇ। ਸਤਿਗੁਰ ਦੀ ਪਾਵਨ ਬਾਣੀ ਬਚਨ ਆਂਦਾ ਹੈ, ਮਹਾਰਾਜ ਆਖਦੇ ਨੇ ਕਿ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਨੂੰ ਸੁਣ ਲਿਆ ਜਾਏ ਤੇ ਮਤ ਵਿੱਚ ਚੰਗੇ ਗੁਣ ਪੈਦਾ ਹੋ ਜਾਂਦੇ ਨੇ। ਹੀਰੇ ਰਤਨ ਜਵਾਹਰ ਪੈਦਾ ਹੋ ਜਾਂਦੇ ਨੇ, ਭਾਵ ਕਿ ਚੰਗੇ ਗੁਣ ਪੈਦਾ ਹੋ ਜਾਂਦੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਹੈ। ਮਹਾਰਾਜ ਆਖਦੇ ਕਿ ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਸਾਗਰ ਦੀ ਤਰ੍ਹਾਂ ਹੈ
ਤੇ ਗੁਰੂ ਰੂਪੀ ਸਾਗਰ ਦੇ ਵਿੱਚ ਨਾਮ ਰੂਪੀ ਮੋਤੀ ਭਰੇ ਹੋਏ ਨੇ। ਉਹ ਕਿਹੜੇ ਗੁਣਾਂ ਦੇ? ਜਦੋਂ ਅਸੀਂ ਸੰਗਤ ਦੇ ਚਾਹੁੰਦੇ ਹਾਂ, ਬਾਣੀ ਸੁਣਦੇ ਹਾਂ, ਤੇ ਬਾਣੀ ਦੇ ਉਹ ਨਾਮ ਰੂਪੀ ਮੋਤੀ ਸਾਡੇ ਜੀਵਨ ਅੰਦਰ ਜਾਂਦੇ ਨੇ। ਉਹ ਗੁਣਾ ਰੂਪੀ ਮੋਤੀ ਸਾਡੇ ਜੀਵਨ ਨੂੰ ਪਲਟਾ ਕੇ ਰੱਖ ਦਿੰਦੇ ਨੇ। ਦੇਖੋ ਸੱਜਣ ਠੱਗ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹ ਸ਼ਬਦ ਦੇ ਮੋਤੀਆਂ ਰਾਹੀਂ ਉਹਦੇ ਜੀਵਨ ਨੂੰ ਸ਼ਿੰਗਾਰ ਦਿੱਤਾ। ਭੂਮੀਆਂ ਚੋਰ ਜੋ ਰਾਤ ਦਿਨ ਚੋਰੀ ਕਰਦਾ ਸੀ, ਉਹਨਾਂ ਮੋਤੀਆਂ ਰਾਹੀਂ ਉਹਦੇ ਜੀਵਨ ਨੂੰ ਸ਼ਿੰਗਾਰਤਾ, ਜੋ ਰਾਤ ਦਿਨ ਚੋਰੀ ਕਰਨ ਵਾਲਾ ਸਾਧ ਬਣ ਗਿਆ। ਸੱਜਣ ਠੱਗ ਜਿਹੜਾ ਹੈ, ਪਾਪ ਕਮਾਉਣ ਵਾਲਾ ਵਾਕਈ ਸੱਜਣ ਬਣ ਗਿਆ। ਉਹ ਨਾਮ ਰੂਪੀ ਮੋਤੀ ਨੇ। ਸਤਿਗੁਰ ਆਖਦੇ ਨੇ ਕਿ ਹੰਸਾ ਦੇਖ ਤਰੰਦਿਆਂ ਬੱਗਾ ਪੀ ਆਇਆ ਚਾਹੋ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਬਚਨ ਹੈ। ਮਹਾਰਾਜ ਆਖਦੇ ਕਿ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਅੰਮ੍ਰਿਤ ਰੂਪੀ ਸੰਤ ਜਨ ਪਰਮੇਸ਼ਰ ਦਾ ਨਾਮ ਰੂਪੀ ਉਹ ਅੰਮ੍ਰਿਤ ਨੂੰ ਚੁਗਦੇ ਨੇ, ਨਹੀਂ ਦੂਰੇ। ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਤੇ ਨਾਲ ਹੀ ਗੁਰਦੇਵ ਆਖਦੇ ਨੇ ਕਿ ਕਿਆ ਬਗ ਬਪੜਾ ਛਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ। ਜਿਹੜਾ ਬਗਲਾ ਹੈ ਉਹ ਚਿੱਕੜ ਦੇ ਅੰਦਰ ਹੀ ਰਹਿੰਦਾ ਹੈ, ਕਿਉਂਕਿ ਡੱਡੂਆਂ ਮੱਛੀਆਂ ਦੀ ਤਾਰ ਦੇ ਅੰਦਰ, ਤੇ ਸਤਿਗੁਰ ਆਖਦੇ ਨੇ ਕਿ ਉਹਦੀ ਮੈਲ ਨਹੀਂ ਜਾਂਦੀ। ਅੰਦਰ ਦੀ ਮੈਲ ਦੀ ਗੱਲ ਕੀਤੀ ਪਾਤਸ਼ਾਹ ਨੇ। ਦੋ ਸ਼ਲੋਕ ਆਪ ਜੀ ਦੇ ਸਨਮੁਖ ਰੱਖਾਂ ਬਾਬਾ ਫਰੀਦ ਸਾਹਿਬ ਦੀ ਬਾਣੀ ਦੇ ਵਿੱਚ। ਉਹ ਆਖਦੇ ਨੇ ਕਿ ਕੱਲਰ ਕੇਰੀ ਛਪੜੀ, ਕੱਲਰ ਦੀ ਜ਼ਮੀਨ ਜਿੱਥੇ ਕੁਝ ਪੈਦਾ ਨਹੀਂ ਹੁੰਦਾ, ਤੇ ਉਹ ਐਸੀ ਜ਼ਮੀਨ ਹੈ ਜਿਸ ਦੇ ਵਿੱਚ ਪਾਣੀ ਵੀ ਥਿੰਦਲਾ ਰਹਿੰਦਾ ਹੈ, ਪਾਣੀ ਵੀ ਸਾਫ਼ ਨਹੀਂ। ਉੱਥੇ ਕੁਝ ਪੈਦਾ ਨਹੀਂ ਹੋਇਆ। ਸਭ ਤੋਂ ਬੇਖਸਮੀ ਜ਼ਮੀਨ ਜੇ ਕਿਹਾ ਜਾਂਦਾ ਹੈ ਤੇ ਕੱਲਰ ਦੀ ਜ਼ਮੀਨ ਨੂੰ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਕੱਲਰ ਕੇਰੀ ਛਪੜੀ, ਕੱਲਰ ਦੀ ਛਪੜੀ ਹੋਏ, ਆਏ ਉਲੱਥੇ ਹੰਝ, ਤੇ ਉੱਥੇ ਆ ਕੇ ਹੰਝ ਉਲੱਥੇ ਭਾਵ ਕੇ ਉਤਰ ਜਾਣ। ਹੁਣ ਆਖਦੇ ਨੇ ਕਿ ਲੋਕ ਸੋਚਣਗੇ ਕਿ ਕੱਲਰ ਦੀ ਜ਼ਮੀਨ ਦੇ ਉੱਪਰ ਹੰਸ ਦਾ ਕੀ ਕੰਮ ਹੈ। ਮਹਾਰਾਜ ਆਖਦੇ ਨੇ ਕਿ ਚੀਜੂ ਬੋੜਨ ਨਾ ਪੀਵੈ, ਉੱਡਣ ਸੇਦੀ ਡੰਜ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਸੰਸਾਰ ਰੂਪੀ ਛਪੜੀ ਦੇ ਵਿੱਚ ਉਹ ਸੰਤ ਪੁਰਖ ਨਾਮ ਜਪਣ ਵਾਲੇ ਆਂਦੇ ਵੀ ਨੇ। ਉਹ ਸੰਸਾਰ ਰੂਪੀ ਛਪੜੀ ਦੇ ਵਿੱਚ ਚਿੰਜੂ ਲੈ ਕੇ ਆਪਣੇ ਕੇਵਲ ਜੀਵਨ ਦਾ ਗੁਜ਼ਰਾਨ ਕਰਦੇ ਨੇ। ਇਸ ਦੇ ਅੰਦਰ ਉਹ ਮਲੀਨ ਨਹੀਂ ਹੁੰਦੇ, ਇਸ ਅੰਦਰ ਖਚਤ ਨਹੀਂ ਹੁੰਦੇ। ਮਹਾਰਾਜ ਆਖਦੇ ਕਿ ਕੱਲਰ ਕੇਰੀ ਛਪੜੀ, ਆਏ ਉਲੱਥੇ ਹੰਝ, ਚਿੰਜੂ ਬੋੜਨ ਨਾ ਪੀਵੈ, ਉੱਡਣ ਸੇਦੀ ਡੰਜ। ਕੇ ਉੱਡਣ ਦੀ ਹੀ ਤਾਂਗ ਭਾਵ ਕੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਜੀਵਨ ਨੂੰ ਸਾਰਥਕ ਕਰਨ ਦੀ ਹੀ ਉਹਨਾਂ ਦੀ ਤਾਂਗ ਬਣੀ ਰਹਿੰਦੀ ਹੈ। ਉਹ ਸੰਸਾਰ ਦੇ ਅੰਦਰ ਇਸ ਤਰ੍ਹਾਂ ਨਿਰਲੇਪ ਰਹਿੰਦੇ ਨੇ ਜਿਵੇਂ ਜਲ ਦੇ ਅੰਦਰ ਰਹਿ ਕੇ ਮੁਰਗਾਬੀ ਨਿਰਲੇਪ ਹੈ, ਚਿੱਕੜ ਦੇ ਅੰਦਰ ਲੈ ਕੇ ਕਮਲ ਦਾ ਫੁੱਲ ਨਿਰਲੇਪ ਹੈ। ਦੂਸਰੇ ਸ਼ਲੋਕ ਅੰਦਰ ਬਾਬਾ ਫਰੀਦ ਸਾਹਿਬ ਨੇ ਰਹਿਮਤ ਕੀਤੀ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਹੰਸ ਉਡਰ ਕੁਦ ਰਹਿ ਪਿਆ। ਹੁਣ ਹੰਸ ਅਸੀਂ ਜਾਣਦੇ ਹਾਂ ਕਿ ਹੰਸ ਜਿਹੜਾ ਹੈ ਹੀਰੇ ਮੋਤੀ ਚੁਗਦਾ ਹੈ। ਹੰਸ ਉਡਰ ਕੁਦ ਰਹਿ ਪਿਆ, ਕੁਦਰਾ ਕਿਹਾ ਜਾਂਦਾ ਹੈ। ਉਹ ਇੱਕ ਤਰ੍ਹਾਂ ਦੀ ਬੂਟੀ ਜੋ ਨਿਖਸਮੀ ਹੈ, ਜਿਹਦੀ ਕੋਈ ਬਹੁਤਾ ਸਾਂਭ ਨਹੀਂ ਕਰਦੇ। ਆਮ ਕਰਕੇ ਜੋ ਲੋਕ ਗਰੀਬ ਸਨ, ਧਨ ਕਰਕੇ ਉਹ ਇਸ ਕੋਦਰੇ ਦੀ ਰੋਟੀ ਨੂੰ ਖਾਇਆ ਕਰਦੇ ਸਨ। ਇਹਦਾ ਸਾਗ ਬਾਣੀ ਦੇ ਚਾਂਦੇ ਖਾਂਦੇ ਨੇ। ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ, ਬਾਬਾ ਨਾਨਕ ਜਦੋਂ ਲਾਲੋ ਦੇ ਘਰ ਗਏ, ਕੋਦਰੇ ਦੀ ਰੋਟੀ ਹੈ। ਕ੍ਰਿਸ਼ਨ ਜੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਉਹ ਬਿਦਰ ਦੇ ਘਰ ਗਏ ਤੇ ਕੋਦਰੇ ਦੀ ਰੋਟੀ ਤੇ ਉਹਦੇ ਨਾਲ ਉਹਨੂੰ ਸਵਾਗ ਖਾਇਆ ਗਿਆ। ਕਹਿਣ ਤੋਂ ਭਾਵ ਕਿ ਜੋ ਲੋਕ ਕਮਜ਼ੋਰ ਸਨ, ਧਨ ਕਰਕੇ ਉਹ ਇਸ ਅਨਾਜ ਨੂੰ ਆਪਣੇ ਜੀਵਨ ਦਾ ਨਿਰਵਾਹ ਕਰਦੇ ਸਨ। ਸਤਿਗੁਰ ਮਹਾਰਾਜ ਆਖਦੇ ਨੇ ਕਿ ਹੰਸ ਉਡਰ ਕੁਦ ਰਹਿ ਪਿਆ, ਲੋਕ ਵਿਡਾਰਨ ਜਾਏ। ਲੋਕ ਉਡਾਣ ਵਾਸਤੇ ਜਾਂਦੇ ਨੇ, ਗਹਿਲਾ ਲੋਕ ਨਾ ਜਾਣੇ ਹੰਸ ਨਾ ਕੁਦਰਾ ਖਾਏ। ਕਿ ਹੰਸ ਕੁਦਰੇ ਦੇ ਨੂੰ ਨਹੀਂ ਖਾਂਦਾ। ਕਹਿਣ ਦਾ ਭਾਵ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜੇ ਹੰਸ ਰੂਪੀ ਜੀਵ ਸੰਸਾਰ ਦੇ ਚਾਹੁੰਦੇ ਨੇ, ਉਹ ਭੈੜੇ ਲੋਕਾਂ ਦੀ ਸੰਗਤ ਵੀ ਕਰਨ ਤੇ ਉਹਨਾਂ ਦੇ ਉਧਾਰ ਦੇ ਵਾਸਤੇ ਕਰਦੇ ਨੇ। ਉਹਨਾਂ ਦੀ ਸੰਗਤ ਕਰਕੇ ਉਹ ਆਪ ਆਪਣੇ ਜੀਵਨ ਨੂੰ ਬੇਦਾਗ ਨਹੀਂ ਹੋਣ ਦਿੰਦੇ, ਆਪਣੇ ਜੀਵਨ ਨੂੰ ਦਾਗੀ ਨਹੀਂ ਹੋਣ ਦਿੰਦੇ, ਭਾਵ ਕਿ ਬੇਦਾਗ ਰਹਿੰਦੇ ਨੇ।
ਹੁਣ ਦੇਖੋ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਅਸੀਂ ਪੜ੍ਹਦੇ ਹਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਦੇ ਲੋਕਾਂ ਦੇ ਉਧਾਰ ਲਈ ਜੇ 4 ਉਦਾਸੀਆਂ ਕੀਤੀਆਂ ਪਾਤਸ਼ਾਹ ਨੇ, ਤੇ ਬੇਅੰਤ ਹੀ ਜੀਵਾਂ ਦਾ ਉਧਾਰ ਕੀਤਾ। ਕਿਉਂਕਿ ਹੰਸ ਜਿਹੜਾ ਹੈ ਗੁਰਮੁਖ ਜੀਵ ਲਈ ਆਇਆ ਹੈ, ਸੰਤ ਵਸਤੇ ਆਇਆ ਹੈ ਔਰ ਗੁਰੂ ਵਸਤੇ ਆਇਆ ਹੈ। ਗੁਰੂ ਜੀਵ ਲੋਕਾਂ ਦੇ ਜੀਵਾਂ ਦਾ ਉਧਾਰ ਕਰਦਾ ਹੈ, ਕਿਉਂਕਿ ਗੁਰੂ ਸਰਵਰ ਦੀ ਤਰ੍ਹਾਂ ਹੈ, ਗੁਰੂ ਸਾਗਰ ਦੀ ਤਰ੍ਹਾਂ ਹੈ, ਗੁਰੂ ਚੰਦਨ ਵਰਗਾ ਹੈ, ਗੁਰੂ ਪਾਰਸ ਵਰਗਾ ਹੈ। ਸਤਿਗੁਰ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ ਕਿ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਅਜਾਮਲ ਜਾਤ ਕਰਕੇ ਬ੍ਰਾਹਮਣ ਸੀ, ਭੈੜੀ ਸੰਗਤ ਕਰਕੇ ਜੀਵਨ ਮਲੀਨ ਹੋ ਗਿਆ, ਸਤਿਪੁਰਖਾਂ ਦੀ ਸੰਗਤ ਵਿੱਚ ਆਇਆ, ਮਾਲਕ ਦੀ ਰਹਿਮਤ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਤੇ ਅਜਾਮਲ ਵਰਗਾ ਪਾਪੀ ਤਰ ਗਿਆ। ਗਨਕਾ ਪਾਪਣ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ। ਮਹਾਂਪੁਰਸ਼ ਆਏ, ਉਹਨਾਂ ਨੇ ਆ ਕੇ ਆਪਣੇ ਕੋਲੋਂ ਤੋਤਾ ਦਿੱਤਾ। ਰਾਤ ਦਿਨ ਤੋਤੇ ਨੂੰ ਰਾਮ ਨਾਮ ਜਪਾਉਂਦਿਆਂ ਹੋਇਆਂ ਆਪ ਰਾਮ ਦਾ ਰੂਪ ਹੋ ਗਏ। ਬਾਬਾ ਫਰੀਦ ਸਾਹਿਬ ਉਹੀ ਪੱਖ ਰੱਖਦੇ ਨੇ, ਆਖਦੇ ਕਿ ਹੰਸ ਉਡਰ ਕੋਧਰੇ ਪਿਆ ਕਿ ਹੰਸ ਬਿਰਤੀ ਵਾਲੇ ਗੁਰਮੁਖ ਜਨ ਉਹ ਸੰਸਾਰ ਰੂਪੀ ਇਸ ਕੋਧਰੇ ਦੇ ਖੇਤ ਦੇ ਵਿੱਚ ਆ ਕੇ, ਜਿੱਥੇ ਇੰਜ ਕਹਿਣਾ ਕਿ ਇੱਥੇ ਲੋਕ ਮਲੀਨ ਸਨ, ਗਹਿਲਾ ਲੋਕ ਨਾ ਜਾਣੇ, ਹੰਸ ਨਾ ਕੋਧਰਾ ਖਾਏ ਕਿ ਹੰਸ ਬਿਰਤੀ ਵਾਲੇ ਮਲੀਨਤਾ ਦੇ ਚ ਨਹੀਂ ਜਾਂਦੇ। ਉਹ ਜੇ ਗਏ ਨੇ ਤੇ ਲੋਕਾਂ ਦੇ ਉਧਾਰ ਲਈ, ਜਿਵੇਂ ਕਿਸੇ ਨਾਲੀ ਨੂੰ ਸਾਫ਼ ਕਰਨ ਲਈ, ਚਿੱਕੜ ਨੂੰ ਸਾਫ਼ ਕਰਨ ਲਈ ਉਹਦੇ ਚ ਆਪ ਜਾਣਾ ਪੈਂਦਾ, ਤਾਂ ਹੀ ਸਾਫ਼ ਹੁੰਦਾ। ਸੰਸਾਰ ਦੀ ਮਲੀਨਤਾ ਦੂਰ ਕਰਨ ਲਈ ਉਹਨਾਂ ਸੰਤ ਪੁਰਖਾਂ ਨੇ ਕੋਧਰੇ ਦੀ ਸੰਗਤ ਕੀਤੀ, ਭਾਵ ਕਿ ਉਹਨਾਂ ਭੈੜੇ ਲੋਕਾਂ ਦੀ ਸੰਗਤ ਕੀਤੀ। ਬਾਬਾ ਨਾਨਕ ਸੱਜਣ ਕੋਲ ਗਏ ਤੇ ਸੱਜਣ ਦੇ ਜੀਵਨ ਨੂੰ ਤਾਂ ਸ਼ਿੰਗਾਰਿਆ, ਜੇ ਨਾ ਜਾਂਦੇ ਤੇ ਕੀ ਸ਼ਿੰਗਾਰਿਆ ਜਾਂਦਾ। ਬੇਅੰਤ ਹੀ ਐਸੇ ਉਹ ਜੀਵ ਨੇ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਆਪਣੀ ਰਹਿਮਤ ਨਾਲ, ਸ਼ਬਦ ਦੀ ਬਰਕਤ ਨਾਲ ਉਹਨਾਂ ਦੇ ਜੀਵਨ ਨੂੰ ਸ਼ਿੰਗਾਰ ਦਿੱਤਾ। ਸਤਿਗੁਰ ਮਹਾਰਾਜ ਆਖਦੇ ਨੇ ਕਿ ਇਹ ਹੰਸ ਬਿਰਤੀ ਵਾਲੇ ਨੇ। ਫਿਰ ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ, ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ, ਬੱਗਾ ਤੋਂ ਭਾਓ ਬਗ ਬਿਰਤੀ ਵਾਲੇ। ਜਿਨ੍ਹਾਂ ਦੀ ਬਿਰਤੀ ਮਲੀਨਤਾ ਦੇ ਟਿਕੀ ਹੋਈ ਹੈ, ਜਿਸ ਨੂੰ ਗੁਰੂ ਪਾਤਸ਼ਾਹ ਆਖਦੇ ਨੇ ਕਿ ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਏ। ਮੁਖ ਤੋਂ ਤੇ ਹਰ ਹਰ ਕਰਦੇ ਨੇ, ਪਰ ਹਿਰਦੇ ਅੰਦਰ ਕਪਟ ਹੈ। ਬਾਹਰੋਂ ਲੋਕਾਂ ਨੂੰ ਦਿਖਾਉਂਦੇ ਨੇ ਕਿ ਸਾਡੇ ਵਰਗਾ ਤੇ ਕੋਈ ਹੈ ਹੀ ਨਹੀਂ, ਪਰ ਹਿਰਦੇ ਅੰਦਰ ਇਤਨਾ ਕਪਟ ਭਰਿਆ ਹੋਇਆ ਹੈ। ਲੋਕਾਂ ਦੇ ਸਾਹਮਣੇ ਇੰਜ ਕਹਿ ਲਾਂ ਕਿ ਪਿੱਛੋਂ ਚੁਗਲੀ ਕਰਦੇ ਨੇ। ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਏ। ਕਬੀਰ ਸਾਹਿਬ ਦੀ ਬਾਣੀ ਦੇ ਵਿੱਚ ਬਚਨ ਆਂਦਾ ਹੈ ਕਿ ਹਿਰਦੈ ਕਪਟ ਮੁਖ ਗਿਆਨੀ ਝੂਠੇ, ਕਹਾਂ ਬਿਲੋਵਸ ਪਾਣੀ ਕਾਇਆ ਮਾਂਜਸ ਕੌਣ ਗੁਨਾ, ਜੋ ਕਟ ਭੀਤਰ ਹੈ ਮਰਨਾ ਲੋਕੀ 68 ਤੀਰਥ ਨਾਈ, ਕੋਰਾ ਪਨ ਤੋ ਨਾ ਜਾਏ। ਕਬੀਰ ਸਾਹਿਬ ਕੋਲ ਕੁਝ ਲੋਕ ਆਏ, ਆਖਣ ਲੱਗੇ ਅਸੀਂ 68 ਤੀਰਥਾਂ ਦੀ ਯਾਤਰਾ ਜਾ ਰਹੇ ਹਾਂ, ਕਾਮਨਾ ਕਰੋ ਸਾਡੇ ਲਈ। ਕਬੀਰ ਸਾਹਿਬ ਕਹਿਣ ਲੱਗੇ, ਮਨ ਦੇ ਵਿੱਚ ਤਿਆਰੀ ਕਰਕੇ ਆਏ ਨੇ, ਮੰਨਣਗੇ ਨਹੀਂ। ਉਹਨਾਂ ਨੇ ਲੋਕੀ ਨੂੰ ਤੁੰਬੀ ਕਿਹਾ ਜਾਂਦਾ ਹੈ, ਕਹਿਣ ਲੱਗੇ ਇਹ ਵੀ ਲੈ ਜਾਇਓ। ਲੈ ਗਏ, 68 ਤੀਰਥਾਂ ਦਾ ਇਸ਼ਨਾਨ ਕਰਕੇ ਵਾਪਸ ਆਏ। ਕਹਿਣ ਉਹਨਾਂ ਨੇ ਕੱਟੀ ਤੇ ਸਾਰਿਆਂ ਨੂੰ ਖਵਾਤੀ, ਕਹਿੰਦੇ ਖਾ ਲਿਓ। ਖਾਧੀ ਤੇ ਕੋੜੀ ਸੀ, ਥੁੱਕ ਦਿੱਤੀ ਸਾਰਿਆਂ ਨੇ। ਆਖਣ ਲੱਗੇ ਕਬੀਰ ਜੀ ਇਹ ਤੇ ਕੋੜੀ ਹੈ। ਕਬੀਰ ਸਾਹਿਬ ਕਹਿਣ ਲੱਗੇ, ਆਖਣ ਲੱਗੇ ਲੋਕੀ 68 ਤੀਰਥ ਨਹਾਈ, ਕੌਰਾ ਪਨ ਤੋ ਨਾ ਜਾਏ। 68 ਤੀਰਥਾਂ ਦਾ ਇਸ਼ਨਾਨ ਕਰਕੇ ਵੀ, ਭਾਵ ਕਿ ਬਾਹਰ ਤੋਂ ਭੇਖ ਦੇ ਨਾਲ, ਇਹ ਨਹੀਂ ਕਿ ਹਿਰਦੇ ਅੰਦਰ ਵੀ ਸੱਚ ਹੋਏ। ਜਿਸ ਨੂੰ ਗੁਰੂ ਪਾਤਸ਼ਾਹ ਆਖਦੇ ਨੇ ਕਿ ਜਿਨ ਅੰਦਰੋਂ ਝੂਠੇ ਪੈਜ ਬਾਹਰ, ਅੰਦਰੋਂ ਝੂਠੇ ਨੇ, ਲੋਕਾਂ ਦੇ ਪੈਜ ਆਪਣੀ ਚੰਗੀ ਦਿਖਾਉਂਦੇ ਨੇ ਕਿ ਸਾਡੇ ਵਰਗਾ ਕੋਈ ਹੈ ਹੀ ਨਹੀਂ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ 68 ਤੀਰਥ ਜੇ ਨਾਵੇਂ ਉਤਰੈ ਨਹੀਂ ਮੈਂ। ਗੁਰਦੇਵ ਆਖਦੇ ਕਿ ਇਹ ਤੁਹਾਡਾ ਬਗ ਵਰਗਾ ਧਿਆਨ ਹੈ, ਜੋ ਧੰਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਵਈਆਂ ਅੰਦਰ ਰਹਿਮਤ ਕੀਤੀ ਕਿ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ, बैठ रहे हो बक ध्यान लगायो, नात फ्रियो लिए सात समुद्रन,
लोक कहो पर लोक गवायो, वास कियो बखियान सो बैठ के, ऐसे ही ऐसे सो बैस बितायो। इन्हां सारियां पंक्तियां अंदर गुरु पातशाह ने बाहर दे कर्म कांड, बाहर दे भेख की गल की। फिर अखीर दे आखदे ने कि साच कहूँ सुन लियो सबे, जिन प्रेम कियो तिन्हि प्रभ पायो। बाबा फरीद साहब बग की गल करते हैं, आखते हैं कि उन्होंने मनुखों की बिरती ऐसी है, जिन मन होर मुख होर से कांडे कच्चे आ, दिलों मुहब्बत जिन से सच्चे आ, जिन मन होर मुख होर से कांडे कच्चे आ। धन गुरु कलगीधर पातशाह महाराज जदों औरंगजेब नूं जफरनामा लिखते हैं तो आखते हैं कि औरंगजेब तू सियाणे कां की तरह है, तू अपने आप को मर्द आखदा है, पर तू मर्द नहीं, मर्द ते ओह हुंदा है जिहदे जो पेट विच होए वो जबान दे विच हुंदा है, और जो जबान दे विच है वही पेट दे विच है। तो कुरान शरीफ का पक्का अपने आप को इस्लाम नूं मनण वाला मनदा है, पर हकीकत यह है कि कुरान शरीफ की जो तू बेदबी की है, आप कसमां खा के तुसीं मुकर गए हो, तू कादा मर्द है। मर्द ते ओ है जिहदे हिरदे अंदर भी ओही होए और बाहर भी होए। धन गुरु हरगोबिंद साहब सच्चे पातशाह जदों वडाली की धरती पर विचर रहे हैं तो सामने एक अजगर सप आ गए आ। भाई संतोख सिंह चूड़ामणी लिखते हैं, अजगर सप आया तो गुरु पातशाह जानी जान ने अजगर सप के मूँह नूं महाराज ने अपने पैर के अंगूठे के नाल चिथ दिता। देखदिया हुआ अजगर सप मरिया, फट गया, विचों किरम निकले। सिख हथ जोड़ के आखन लगे, दाता ये की कोतक है। धन गुरु हरगोबिंद साहब सच्चे पातशाह आखन लगे, असल दे ये महंत सी ते जड़े ये अंदर किरम नहीं, कि चेले ने ना कदे आप नाम जपिया ना इन्हों जपाया, आप सब दी जोनी विंदर ते चेले किरम बन गए। फिर सतगुर आखते हैं कि उन्होंने बग वर्गिया मनुखों की यह हालत है, जिन्हों ने केवल बाहर का लिबास ही धारण किया, बाहर तो पखंड ही किया, हिरदे अंदर सच नहीं है, अंदरों झूठे पैज बाहर, दुनिया अंदर फैल, 68 तीर्थ जे नावै उतरै ना ही मैल। सो गुरु पातशाह ने अज दे श्लोक अंदर आख्या कि हंसां देख तरंदियां, हंस बिरती वाले मनुखों नूं उन्होंने राह नूं देख के, उन्होंने जीवन नूं देख के बगा आया चाओ, बग बिरती वालियां दे हिरदे अंदर ही चाव आया। पर बिरती ते बग वर्गी है, बाहर दे खावे वर्गी है। डुब मुए बग बपुड़े, सतगुर आखदे ने फिर डुब मुए, उस राह दे पर तुर नहीं सकते, क्योंकि उन्हों की हालत यह है कि दिखावा ज़्यादा है, हिरदे अंदर सच नहीं है। तो जिन्हां दे हिरदे अंदर सच नहीं, धन गुरु अंगद देव सच्चे पातशाह की शरण दे विच पारो जुलका जी आए सन। ते धन गुरु अंगद देव महाराज उस दिन हंस की और परम हंस की गल कर रहे हैं। पारो जुलका जी आखन लगे, गुरु पातशाह हंस और परम हंस दे विच की फर्क है। गुरु अंगद देव महाराज मुस्कुरा के आखन लगे, हंस वो ने जो दुध और पानी नूं वखरा वखरा कर देण। हंस की चुंझ के अंदर इतनी ताकत है कि वो दुध और पानी नूं नवेकला करते हैं, वखरा करते हैं। और परम हंस वो ने जो संसार दे च रह के संसार तो निर्लेप ने, उन्होंने आत्मा संसार के अंदर मलीन नहीं होंदी, वो संसार अंदर रह के उच्चा जीवन बतीत करते हैं, वो परम हंस ने। ते पारो जुलका जी जो सुल्तानपुर ते डले पिंड तो आते सन, उन्होंने गुरु अंगद देव महाराज खडूर की धरती पर आते सन, कह लगे कि गोविंदवाल वाले को जाया कर, भाव के धन गुरु अमरदास महाराज की शरण जाओ, तुसी परमहंस बन जाओगे। ते पारो जुलका दा जीवन वाकई परमहंस बन गया सी। बड़ा लंबेरा इतिहास है। सतगुरु महाराज ने इत्थे रहमत की कि हंसा देख तरंदियां, बगा पी आया चाओ, डुब मुए बग बपड़े, सिर तल उपर पाओ। फिर अगले श्लोक अंदर गुरु पातशाह ने आखिया, मैं जानिया वड हंस है,
मैं ते वड्डा हंस जान के तां मैं कीता संग, मैं संग कर लिया उहदी संगत कर लई। जे जाना बग बपड़ा, जे जान जंदा ये नकारा बगुला है। इसकी बिरती ते बगुले वर्गी है, केवल धन तक ही सीमित है इसकी ते बिरती। महाराज आखते कि जन्म ना भेड़ी अंग, जन्म दे मम्मे नूं सिहारी है, भाव के जन्म विच इस जिंदगी दे विच भेड़ी तो भाव उहदी संगत ना करदा, उहदे स्पर्श ना करदा, उहदी संगत ना मैनूं प्राप्त होंदी। कहने फिर मैं उस जीव की संगत ही ना करदा, क्योंकि उन्हां दी हालत कबीर साहब आखते हैं कि हर जस सुनै ना हर गुण गावे, बातन ही आसमान गिरावे, ऐसे लोगन स्यों क्या कहिए, जो प्रभ किए भगत ते बाह तिन ते सदा डराने रही है। उन्हां कोल सदा डर के रहना चाहिए। तुहाडे मुख ते कुछ होर होणगे, पिछे कुछ होर जाके गल्लां कर देंदे ने। सतगुरु महाराज आखते हैं कि बातन ही आसमान गिरावे, ऐसे लोगन स्यों क्या कहिए, जो प्रभ किए भगत ते बाह तिन ते सदा डराने रहिए। आप रांदे चुरू पर पानी, तेह निंदै जै गंगा आनी। बैठत उठत कुटिलता चालै, आप के ओरन हो कालै। छाड़ कुचर्चा आ ना जाने, ब्रह्मा हूँ को कहो ना माने। उत्ते ब्रह्मा जी आके कहण, उन्हां दी गल मनण नूं तैयार नहीं। कबीर साहब आखते हैं कि तिनको देख कबीर लजाने, कहने कि उन्होंने देख के ते मैनूं शर्म आ जाती है कि ऐसे भी जीव इस धरती पर विचरते ने। सो गुरु महाराज आखते हैं कि मैं जानिया बड़ हंस है, तां मैं कीता संग। जे जाना बग बपड़ा, जे जान जाना ये ते बेचारा बगुला है। इहदी बिरती जड़ी है नकारे बगुली की तरह है। जन्म ना भेड़ी अंग, उते रब तू टुटिया होया उस साकत वर्गा है। कि साकत संग ना कीजिए, दूरों जाइए भाग। बासन कारू परसीए, तो कछ लागे दाग। सतगुरु सोहला साहब की बाणी अंदर आखते हैं कि साकत हर साधना जानिया, तिन अंतर होमे कंडा है। ते अखीरले श्लोक अंदर गुरु नानक सच्चे पातशाह आखदे ने, क्या हंस क्या बगुला। कि भावें कोई हंस बिरती दा है ते भावें बगुले दी बिरती दा है। जां को नदर धरे, जिसते पर मेरा मालिक नदर कर दे, जिसते अपनी रहमत कर दे। क्योंकि गुरु समर्थ है, परमात्मा समर्थ है। असी राह दे उपर तुरे जांदियां होइयां जिसनूं जान पछाण नहीं साडी, और डिग पे ते उहनूं भी चुक देंदे आ। गुरु नानक सच्चे पातशाह आखते ने कि जे कोई विकारां दे च डिग गया है ना, उस दे नाल ए इंसान तू ये ना सोच के ये विकारां दे च डिग पिया, इहदी संगत ना करे, तू इहनूं चुकण लई उद्यम कर। क्योंकि गुरु नानक सच्चे पातशाह ने सानू ये समझ दिती है, सोझी दिती है कि ते निमाणियां नूं थापण वाला है। इतिहास विच गुरु नानक सच्चे पातशाह जे महाराज दीपालपुर की धरती पर गए, निरंगे नाम के कोड़ी नूं घर दे लोकां ने बाहर कढ दिता सी। बाबे नानक ने उहदा कोड़ दूर किया। गुरु अमरदास महाराज ने गोविंदवाल प्रेमे नाम के कोड़ी का कोड़ दूर किया। गुरु अर्जुन देव पातशाह ने तरन तारण विखे कोड़ियां लई एक अस्पताल बनाया सी, जिथे एक कोड़ियां का इलाज होंदा सी। गुरु हरकृष्ण सच्चे पातशाह महाराज ने कीरतपुर की धरती पर पालकी पर सवार होंदियां होइयां ही कई कोड़ियां दे कोड़ कट्टे। सो पातशाह आखदे ने कि मेरा मालिक समर्थ है, गुरु समर्थ है। कि क्या हंस क्या बगुला, जां को नदर धरे, जे तिस भावे नानका। जे वाहिगुरु नूं भा जाए, कागों हंस करे। वो काग की बिरती वालियां नूं भी हंस की बिरती वाला कर देंदा है। मेरा गुरु समर्थ है। बिधि चंद भी किसी वेले चोरी करता होया सतगुरु धन गुरु हरगोबिंद साहब महाराज के दर पर पहुंचिया सी। ते पिछे पकड़न वाले भी आ गए। धन गुरु हरगोबिंद साहब महाराज नूं उन्हां लोकां ने पूछया कि गुरु पातशाह आप दी संगत विच कोई चोर बैठा है।
महाराज कह लगे ये तो गुरु की संगत है, ते गुरु की संगत गुरु की संगत ही होंदी है, कोई चोर नहीं होंदा। मेरे मालिक की ऐसी कृपा हुई, विधि चंद गुरु नानक सच्चे पातशाह के घर का सेवक बनिया। तो एक समा ऐसा आया कि धन गुरु हरगोबिंद साहब महाराज ने कहा सी कि विधि छंद छीना गुरु का सीना, ये गुरु का सीना बन गया है। जे तिस भावै नानका कागों, हंस करे सतगुर कृपा करन। पावन बचन हिरदे वस जान, बोलदियां बेअंत भुला गुरु समर्थ है। संगत बख्शण योग है, बख्श देना जी। आखो प्यार नाल वाहिगुरू जी का खालसा।